प्यारे विद्यार्थियों, ਆਪਾਂ ਵਾਰਤਕ ਦੇ ਪੇਪਰ ਦੇ ਵਿੱਚ ਜਿਹੜੀ ਕਿਤਾਬ ਤੁਹਾਡੇ ਸਿਲੇਬਸ ਦੇ ਵਿੱਚ ਲੱਗੀ ਆ ਵਾਰਤਕ ਵਿਰਸਾ, ਉਸ ਦੇ ਬਾਰੇ ਗੱਲ ਕਰ ਰਹੇ ਹਾਂ। ਪਿਛਲੇ ਲੈਕਚਰਾਂ ਦੇ ਵਿੱਚ ਆਪਾਂ ਜਿਹੜਾ ਉਸ ਕਿਤਾਬ ਦਾ ਪੂਰਵ ਨਾਨਕ ਕਾਲ, ਪੂਰਵ ਮੱਧ ਕਾਲ ਵੀ ਜਿਹਨੂੰ ਕਹਿ ਦਿੰਦੇ ਆ, ਅਸੀਂ ਕਹਿ ਸਕਦੇ ਹਾਂ ਕਿ 1500 ਤੱਕ ਦੀ ਵਾਰਤਕ ਬਾਰੇ ਗੱਲ ਕੀਤੀ ਸੀ। ਅੱਜ ਜਿਸ ਵਾਰਤਕ ਬਾਰੇ ਗੱਲ ਕਰਨੀ ਆ ਉਹ ਮੱਧ ਕਾਲ ਦੀ ਵਾਰਤਕ ਬਾਰੇ ਗੱਲ ਕਰਨੀ ਹੈ। 1500 ਤੋਂ ਲੈ ਕੇ 1700 ਤੱਕ ਜਿਹੜੀ ਵਾਰਤਕ ਰਚੀ ਗਈ ਉਸ ਵਾਰਤਕ ਬਾਰੇ ਗੱਲ ਕਰਨੀ ਹੈ। ਜਿਹੜੇ ਇਸ ਪੁਸਤਕ ਦੇ ਸੰਪਾਦਕ ਨੇ ਉਹਨਾਂ ਨੇ ਸਾਰੀ ਪੁਸਤਕ ਨੂੰ ਕਿਹਾ ਜਾ ਸਕਦਾ ਹੈ ਕਿ ਆਧੁਨਿਕ ਵਾਰਤਕ ਤੋਂ ਜਿਹੜੀ ਪਹਿਲਾਂ ਦੀ ਵਾਰਤਕ ਆ ਉਹਨੂੰ 4 ਖੰਡਾਂ ਜਾਂ 4 ਭਾਗਾਂ 'ਚ ਵੰਡ ਲਿਆ। ਇੱਕ ਪੂਰਵ ਮੱਧਕਾਲੀ ਵਾਰਤਕ, ਇੱਕ ਮੱਧਕਾਲੀ ਵਾਰਤਕ, ਇੱਕ ਪਿਛਲੇਰੇ ਦੌਰ ਦੀ ਮੱਧਕਾਲੀ ਵਾਰਤਕ ਅਤੇ ਇੱਕ ਪਰਿਵਰਤਨ ਕਾਲ ਦੀ ਵਾਰਤਕ। ਆਪਾਂ ਪੂਰਵ ਮੱਧਕਾਲ ਦੀ ਜਾਂ ਪੂਰਵ ਨਾਨਕ ਕਾਲ ਦੀ ਉਸ ਵਾਰਤਕ ਬਾਰੇ ਆਪਾਂ ਗੱਲ ਪਹਿਲਾਂ ਕਰ ਚੁੱਕੇ ਹਾਂ, ਜਿਹਦੇ ਵਿੱਚ ਆਪਾਂ ਇਕਾਦਸ਼ੀ ਮਹਾਤਮ ਦੀ ਗੱਲ ਕੀਤੀ ਸੀ, ਜਿਹਦੇ 'ਚ ਆਪਾਂ ਫਰੀਦ ਜੀ ਕੇ ਪੱਤੀਨਾਮੇ ਦੀ ਗੱਲ ਕੀਤੀ ਸੀ। ਅੱਜ ਜਿਹੜੀ ਆਪਾਂ ਗੱਲ ਕਰਨੀ ਹੈਗੀ ਆ ਉਹ ਆਪਾਂ ਗੱਲ ਕਰਨੀ ਆ ਮੱਧਕਾਲੀ ਵਾਰਤਕ ਦੀ। ਪਰ ਮੱਧਕਾਲੀ ਵਾਰਤਕ ਦੇ ਜਿਹੜੇ ਰੂਪ ਨੇ ਉਹਨਾਂ ਬਾਰੇ ਕੁਝ ਗੱਲ ਕਰਨੀ ਜ਼ਰੂਰੀ ਹੈ। ਉਹ ਇਸ ਕਰਕੇ ਗੱਲ ਕਰਨੀ ਜ਼ਰੂਰੀ ਹੈ ਕਿ ਜਿਵੇਂ ਆਧੁਨਿਕ ਜਿਹੜੀ ਵਾਰਤਕ ਆ ਉਹਦੇ ਰੂਪ ਨੇ ਸਾਡੇ ਕੋਲ, ਕਿ ਸਾਡੇ ਕੋਲ ਨਿਬੰਧ ਆ, ਲੇਖ ਆ, ਲਲਿਤ ਨਿਬੰਧ ਆ, ਇੱਥੇ ਸਾਡੇ ਕੋਲ ਜੀਵਨੀ ਆ, ਸਵੈ ਜੀਵਨੀ ਆ, ਜੀਵਨੀ ਸਵੈ ਜੀਵਨੀ ਤੋਂ ਆਦਾ ਸਫ਼ਰਨਾਮੇ ਆ, ਯਾਦਾਂ, ਰੇਖਾ ਚਿੱਤਰ ਆ, ਰਿਪੋਰਟ ਤਾਜ ਆ। ਇਹ ਆਧੁਨਿਕ ਵਾਰਤਕ ਦੇ ਰੂਪ ਆ। ਆਈ ਮੱਧਕਾਲ ਦੇ ਵਾਰਤਕ ਰੂਪ ਆ ਜਨਮ ਸਾਖੀਆਂ, ਸਾਖੀਆਂ, ਟੀਕੇ ਆ, ਪਰਮਾਰਥ ਆ, ਉਥਾਨਕਾਵਾਂ, ਗੋਸ਼ਟਾਂ, ਪਰਚੀਆਂ, ਪੱਤੀਨਾਮੇ ਆ, ਕੁਰਸੀਨਾਮੇ ਆ, ਹੁਕਮਨਾਮੇ ਆ, ਬਚਨ। ਹੁਣ ਇਹਨਾਂ ਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਰੂਪਾਕਾਰਕ ਤੌਰ 'ਤੇ ਪਤਾ ਹੋਣਾ ਚਾਹੀਦਾ ਹੈ ਕਿ ਇਹ ਕੀ ਆ। ਇੱਕ ਤਾਂ ਇਹ ਕਿ ਜਿਹੜੇ ਮੱਧਕਾਲੀ ਰੂਪ ਨੇ ਵਾਰਤਕ ਦੇ ਉਹ ਆਪਸ ਵਿੱਚ ਜੁੜੇ ਹੋਏ ਨੇ। ਬਹੁਤੇ ਵਾਰੀ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਜਨਮ ਸਾਖੀ ਆ ਕਿ ਵਿੱਚ ਉਹਦੇ ਗੋਸ਼ਟ ਆ ਜਾਂਦੀ ਆ। ਬਹੁਤ ਵਾਰ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਗੋਸ਼ਟ ਕਰਦੇ ਕਰਦੇ ਜਿਹੜੇ ਲੇਖਕ ਨੇ ਉਹਦੇ ਵਿੱਚ ਮਹਾਤਮ ਲਿਖ ਜਾਂਦੇ ਆ। ਬਹੁਤ ਸਾਰਾ ਜਿਹੜਾ ਅਜਿਹਾ ਰੂਪ ਆ ਕਿ ਅਸੀਂ ਉਹਦਾ ਨਾਂ ਪਰਚੀ ਆ, ਪਰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਾਨੂੰ ਇਹ ਲੱਗਦਾ ਕਿ ਇਹ ਤਾਂ ਟੀਕਾ ਕੀਤਾ ਹੋਇਆ। ਸੋ ਇੱਕ ਜਿਹੜਾ ਵਾਰਤਕ ਰੂਪ ਆ ਦੂਜੇ ਵਾਰਤਕ ਰੂਪ ਦੇ ਵਿੱਚ ਰਲਿਆ ਮਿਲਿਆ ਨਜ਼ਰ ਆਉਂਦਾ ਹੈ। ਪਰ ਇਸ ਦੇ ਬਾਵਜੂਦ ਵਿਦਿਆਰਥੀਆਂ ਦੀ ਸਪਸ਼ਟਤਾ ਲਈ ਥੋੜ੍ਹੀ ਜਿਹੀ ਗੱਲ ਆਪਾਂ ਸਪਸ਼ਟ ਕਰਨੀ ਚਾਹੁੰਦੇ ਹਾਂ ਕਿ ਜਨਮ ਸਾਖੀ ਅਸੀਂ ਉਸ ਕਥਾ ਨੂੰ ਕਹਿੰਦੇ ਹਾਂ ਕਿ ਜਿਹੜੀ ਗੁਰੂ ਸਾਹਿਬਾਨ ਦੇ ਜੀਵਨ ਤੋਂ ਲੈ ਕੇ ਉਹਨਾਂ ਦੇ ਜੋਤੀ ਜੋਤ ਸਮਾਉਣ ਤੱਕ ਦੀਆਂ ਜੀਵਨ ਦੀਆਂ ਘਟਨਾਵਾਂ ਨੂੰ ਲੜੀਵਾਰ ਬਿਆਨ ਕਰੇ। ਸਾਖੀਆਂ ਆਮ ਕਰਕੇ ਤਾਂ ਜਨਮ ਸਾਖੀਆਂ, ਪਰ ਸਾਖੀਆਂ ਦੇ ਨਾਲ ਇੱਕ ਗੱਲ ਹੈਗੀ ਆ ਕਿ ਸਾਖੀਆਂ ਦੇ ਵਿੱਚ ਗੁਰੂ ਸਾਹਿਬਾਨ ਤੋਂ ਇਲਾਵਾ ਦੂਸਰੇ ਮਹਾਂਪੁਰਸ਼ਾਂ ਦਾ ਵੀ ਜੀਵਨ ਆ ਸਕਦਾ ਅਤੇ ਉਹਦੇ ਵਿੱਚ ਇਕੱਲਾ ਬਿਰਤਾਂਤ ਵੀ ਹੋ ਸਕਦਾ। ਜ਼ਰੂਰੀ ਨਹੀਂ ਕਿ ਉਹ ਕਿਸੇ ਮਹਾਂਪੁਰਸ਼ ਦਾ ਬਿਰਤਾਂਤ ਹੀ ਹੋਵੇ ਜਾਂ ਕਿਸੇ ਗੁਰੂ ਦਾ ਹੀ ਬਿਰਤਾਂਤ ਹੋਵੇ। ਸਾਖੀਆਂ ਤੋਂ ਅੱਗੇ ਸਾਡੇ ਕੋਲ, ਜੇ ਅਸੀਂ ਜਨਮ ਸਾਖੀਆਂ ਅਤੇ ਸਾਖੀਆਂ ਤੋਂ ਅੱਗੇ ਆਉਂਦੇ ਹਾਂ, ਕਿ ਸਾਡੇ ਕੋਲ ਪਰਚੀਆਂ ਆਉਂਦੀਆਂ। ਜਿਹੜੀਆਂ ਪਰਚੀਆਂ ਉਹ ਵੀ ਲਗਭਗ ਜੀਵਨ ਬਿਰਤਾਂਤ ਹੀ ਆ ਜਾਂ ਜੀਵਨ ਨਾਲ ਜੁੜੀਆਂ ਘਟਨਾਵਾਂ ਹੀ ਨੇ। ਇਹ ਜਨਮ ਸਾਖੀਆਂ, ਸਾਖੀਆਂ ਅਤੇ ਪਰਚੀਆਂ ਇੱਕ ਦੂਜੇ ਦੇ ਨਾਲ ਰਲਦੇ ਮਿਲਦੇ ਰੂਪ ਨੇ। ਪਰ ਜਦੋਂ ਅਸੀਂ ਗੱਲ ਕਰਦੇ ਹਾਂ ਟੀਕੇ ਦੀ, ਤਾਂ ਟੀਕਾ ਅਸਲ ਦੇ ਵਿੱਚ ਕੀ ਆ ਕਿ ਕਵਿਤਾ ਦੇ ਵਿੱਚ ਲਿਖਿਆ ਜਾਂ ਸੂਤਰਾਂ ਦੇ ਵਿਆਖਿਆ, ਉਹ ਮੁੱਖ ਤੌਰ 'ਤੇ ਅਰਥਾਂ ਨੂੰ ਦੱਸਣਾ ਅਤੇ ਅਰਥਾਂ ਤੋਂ ਬਾਅਦ ਅਰਥਾਂ ਦੀ ਵਿਆਖਿਆ ਕਰਨੀ ਆ, ਜਿਹੜੀ ਉਹ ਟੀਕਾ ਹੈ। ਜਿਹੜਾ ਹੈਗੀ ਅਥਾਨਕਾ ਅਸਲ ਵਿੱਚ ਇਹ ਕਿ ਕੋਈ ਰਚਨਾ ਕਦੋਂ ਰਚੀ ਗਈ, ਉਹ ਕਿਸ ਵਿਅਕਤੀ ਨੇ ਰਚੀ, ਕਦੋਂ ਰਚੀ, ਕਿਸ ਪ੍ਰਥਾਏ, ਕਿਹਦੇ ਵੱਲ ਉਹ ਸੰਬੋਧਿਤ ਹੋ ਕੇ ਕਹੀ ਗਈ, ਇਹ ਚੀਜ਼ ਦੀ ਜਿੱਥੇ ਜਾਣਕਾਰੀ ਮਿਲਦੀ ਆ ਉਹ ਅਥਾਨਕ ਹੈ। ਜਿਹੜੀ ਪਰ ਹੈਗਾ ਸਾਡੇ ਕੋਲ ਮਹਾਤਮ
महात्म का अर्थ कि ये कथा सुनने का जां ये शब्द सुनने का जां ये बाणी पढ़न का लाभ की आ ओहदा महात्म आ। तां जिहड़े अथानक महात्म आ टीके आ ये आपस में जुड़े ने। जिहड़ियां गोष्ठां ने गोष्ठां असल दे विच की आ कि गोष्ठ शब्द का ही जिहड़ा अर्थ आ जिन्हां अर्थां विच अज वरतिया जांदा लगभग उहदे नेड़े ही आ कि किसी महत्वपूर्ण मसले ते जदों एक तो वधीक व्यक्ति आपस विच विचार करन तां ओह गोष्ठ आ। आम करके एक गुरु आ एक चेला है एक जिग्यासू आ एक उहदा उत्तर देण वाला सर्वगिआत है ते ओह गोष्ठ रूप आ। तां जिहड़ा गोष्ठां दे नाल ही वचन आ वचन जां बचन वचन वावे ना जां बब्बे ना बचन तो भाव कि जो किसी महत्वपूर्ण व्यक्ति ने गुरु ने पैगंबर ने जो शब्द मूहों कढ़े वो जिमें व्यक्तियों ने याद रहे वो उन्होंने उवें लिख दिते तो वह वचन ने। हुण ये तो प्रमुख रूप हो गए। आपां जन्म साखियां बारे गल कर ली साखियां बारे कर ली इस तरह ही आपां टीके बारे कर ली पर्चियां बारे कर ली टीके बारे कर ली रथानकावां बारे कर ली आपां एक महत्वपूर्ण जिहड़े इन्हां दे विच नखेड़े ने वो कर ले। पर मध्यकाल विच एक समस्या है कि ये चीज़ां एक दूजे नाल जुड़ियां वियां मौजूद ने ते एक कि जिहड़ी बरतांत आ वो कदे हाज़र आ कदे बरतांत दे विच व्याख्या चल पैंदी आ विचार चल पैंदा किसी विशेष शब्द नूं लैके उहदी व्याख्या करदियां करदियां उहदे विचों कोई साखी निकल आउंदी आ उस साखी दा किते महात्म दर्शाया जांदा है। इउं करके मध्यकाली रूप आपस विच रले मिले ने। पर इस दी जिहड़ी अगली समस्या हैगी आ कि बहुत सारियां जिहड़ियां ये रचनावां ने इन्हां दा लेखक कौन आ ते इन्हां दा रचना काल सही की आ वो सानूं बहुते वारी पता नहीं लगदा। ते रचना काल नूं जानण दे लई साडे कोल दो तरीके एक नूं कहने असीं अंदरलियां गवाहियां ते एक नूं कहने असीं बाहरलियां गवाहियां। अंदरलियां गवाहियां तो भाव कि अंदर किहड़े-किहड़े व्यक्तियां दे नां आए वे आ लेखक जिहड़ा लिखत दे अंदर किहदी लिखत होण दा दावा करदा है ये अंदरलियां गवाहियां। फिर कि कई बारी तो उत्थे किते सन पाया भी हुंदा है उत्थों असीं अंदाज़ा लाउणे आ। कई बार व्याख्या जिहड़ी हैगी आ बाहरी जिहड़ी असीं व्याख्या करदे आ वो ये कि उहदी कागज़ तो उहदी शाही तो उहदी भाषा तो उहदी शैली तो ते बाहर किसी होर व्यक्ति ने उस रचना बारे कोई कमेंट किया होवे कोई टिप्पणी दित्ती होवे उहदे तो अंदाज़ा लाउणे आ। एक तो इहदे रचना काल बारे थोड़ा जिहा सानू कह सकते हैं कि 40-50 साल 100 साल का भुलेखा लग जाता अगे पिछे हो जांदियां भावां खोजियां ने दावा किया है कि यह सदी की ही रचना है पर ये क्योंकि उदों प्रकाशन नहीं सीगे प्रकाशक का उत्ते नां नहीं पाया हुंदा इस करके भुलेखे लगने सुभाविक आ। दूजी जिहड़ी गल है कि उदों टाइप ना होने करके उस समय छापाखाना ना होने करके ये किरतां जिहड़ियां हत्थों हत्थी लिखत हुंदियां रहीआं हत्थों हत्थी नकल हुंदियां रहीआं ते कई बार की है कि जिहड़ी नकल साडे कोले प्राप्त हुंदी आ ओह बहुत पुरानी हुंदी आ पर जिहड़ी नकल आ वो नवीं हुंदी आ तो उत्थे असीं शाही वगैरह तो भी अंदाज़ा नहीं ला सकते। दूसरा कि इहदे पठांतर भेद भी बहुत मिलते आ। मध्यकाली वार्तक नूं समझण दे लई साडे लई इह भी एक समस्या कि उहदे पाठ भेद बहुत मिलते आ। कई बार तां लेखक ने जदों नकल की तां कोई वो वर्का भुल गया अचेते उहदे तो पाठ वखरा हो गया ये भी गल हैगी है। दूजा कि हो सकता उन्होंने कोई पाठ पसंद ना होवे उहने विचों कढ़ता हो सकता है वो खुद सिरजनात्मक होवे उन्होंने खुद उहने विच जान बुझ के कुछ गल्लां पाईआं होण इस करके बहुत सारे पाठ भेद मिलते हैं। तो जदों असीं मध्यकाली वार्तक बारे खोज करनी आ जां उहदा अध्ययन करना है तो सानूं ये गल्लां ध्यान च रखणियां चाहीदियां कि इहदा लिखण दा समां की है इहदा रचनाकार कौन आ ये जानण दे लई सानूं ये सब समस्यावां भी नाल विचारनियां चाहीदियां कि ये लिखत दर लिखत आई है नकलां है साडे कोल इन्हां उत्ते सन नहीं पाए होए ते रले दी जां मिलावट की संभावना भी रहिंदी है विचारधारक कारणा करके भी किसी हित पूर्ति करके भी इस करके जिहड़ी मध्यकाली वार्तक बारे खोज करनी
ਜਾਂ ਉਹਦੀ ਆਲੋਚਨਾ ਕਰਨੀ ਜਾਂ ਅਧਿਐਨ ਦਾਪਣ ਕਰਨਾ ਬਹੁਤ ਗੰਭੀਰ ਮਸਲਾ ਹੈਗਾ। ਉਹਨਾਂ ਦੇ ਪਾਠ ਭੇਦਾਂ ਨੂੰ ਸੁਲਝਾਉਣਾ ਵੀ, ਵੱਖ-ਵੱਖ ਖਰੜਿਆਂ ਨੂੰ ਬਰਾਬਰ ਰੱਖ ਕੇ ਉਹਨਾਂ ਦੇ ਵਿੱਚ ਸਮਝ ਵਿਕਸਿਤ ਕਰਨੀ, ਇਹ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਕਲਾ ਹੈ। ਕਿਉਂਕਿ ਇਹ ਜਿਹੜੀ ਮੱਧਕਾਲੀ ਲਿਖਤ ਹੈਗੀ ਆ, ਉਹ ਲਿਖਤ 'ਤੇ ਵੀ ਸਾਨੂੰ ਧਿਆਨ ਕੇਂਦਰਿਤ ਕਰਨਾ ਪੈਣਾ, ਕਿਉਂਕਿ ਜਿਹੜੀ ਮੱਧਕਾਲੀ ਲਿਖਤ ਦੀ ਜਿਹੜੀ ਗੁਰਮੁਖੀ ਅੱਖਰਾਂ ਦੀ ਲਿਖਾਵਟ ਆ, ਲਿਖਣ ਦਾ ਢੰਗ ਆ ਕਿ ਇੱਕ ਦੂਜੇ ਦੇ ਨਾਲ ਅੱਖਰ ਜੁੜੇ ਹੋਏ ਨੇ, ਅੱਖਰਾਂ ਨੂੰ ਪਾਉਣ ਦਾ ਜਿਹੜਾ ਢੰਗ ਆ, ਤੁਸੀਂ ਕਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜਾਂ ਲਾਇਬ੍ਰੇਰੀ ਦੇ ਵਿੱਚ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਏ ਬੀੜਾਂ ਦੇ ਵਿੱਚ ਜਾਂ ਤੁਸੀਂ ਭਾਸ਼ਾ ਭਾਗ ਵਿੱਚ ਪਏ ਖਰੜਿਆਂ ਨੂੰ ਜੇ ਵਾਚੋ ਤਾਂ ਤੁਹਾਨੂੰ ਖੁਦ ਪਤਾ ਲੱਗੇਗਾ ਕਿ ਕਿਸ ਪ੍ਰਕਾਰ ਜਿਹੜਾ ਅੱਖਰ ਨਾਲ ਅੱਖਰ ਜੁੜੇ ਆ, ਉਹਨਾਂ ਨੂੰ ਸਮਝਣਾ, ਉਹਨਾਂ ਨੂੰ ਪੜ੍ਹਨਾ ਮੁਸ਼ਕਿਲ ਹੈ। ਲਿਪੀ ਦੀ ਪੱਧਰ ਦੀ ਮੈਂ ਗੱਲ ਕਰ ਰਿਹਾ। ਦੂਜੀ ਜਿਹੜੀ ਸਮੱਸਿਆ ਸਾਡੇ ਸਾਹਮਣੇ ਆਉਂਦੀ ਆ, ਉਹ ਸਮੱਸਿਆ ਆਉਂਦੀ ਆ ਭਾਸ਼ਾ ਦੀ, ਕਿ ਜਿਹੜੀ ਭਾਸ਼ਾ ਉਹ ਅੱਜ ਦੀ ਪੰਜਾਬੀ ਭਾਸ਼ਾ ਨਹੀਂ ਹੈ। ਉਹ ਜਿਹੜੀ ਭਾਸ਼ਾ ਹੈ ਉਹ ਅੱਜ ਤੋਂ 400 ਸਾਲ 500 ਸਾਲ 300 ਸਾਲ ਪੁਰਾਣੀ ਭਾਸ਼ਾ। ਤਾਂ ਉਸ ਭਾਸ਼ਾ ਦੇ ਵਿੱਚ ਹਿੰਦੀ ਦਾ ਵੀ ਅਸਰ ਆ, ਸੰਸਕ੍ਰਿਤ ਦਾ ਵੀ ਅਸਰ ਆ, ਬ੍ਰਜੀ ਦਾ ਵੀ ਅਸਰ ਆ। ਇਹਦੇ ਨਾਲ ਹੀ ਉਹਦੇ ਵਿੱਚ ਅਰਬੀ ਦੇ ਸ਼ਬਦ ਵੀ ਨੇ, ਫਾਰਸੀ ਦੇ ਸ਼ਬਦ ਵੀ ਨੇ, ਉਰਦੂ ਦੇ ਸ਼ਬਦ ਵੀ ਨੇ। ਅਤੇ ਫਿਰ ਜਿਹੜੀ ਪੰਜਾਬ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹਨੂੰ ਅਸੀਂ ਪੰਜਾਬੀ ਕਹਿੰਦੇ ਹਾਂ, ਉਹ ਵੀ ਇੱਕ ਭਾਸ਼ਾ ਨਹੀਂ ਹੈ। ਉਹਦੇ ਵਿੱਚ ਵੀ ਸਾਡੀਆਂ ਉਪ ਭਾਸ਼ਾਵਾਂ, ਚਾਹੇ ਉਹ ਪੁਆਧੀ ਹੋਵੇ, ਚਾਹੇ ਮਲਵਈ ਹੋਵੇ, ਚਾਹੇ ਦੁਆਬੀ ਹੋਵੇ, ਚਾਹੇ ਮਾਝੀ ਹੋਵੇ, ਚਾਹੇ ਪੋਠੋਹਾਰੀ ਹੋਵੇ, ਉਹਦਾ ਵੀ ਰਲਾ ਹੈ। ਅਤੇ ਜਿਹੜੀਆਂ ਸਾਡੀਆਂ ਗੁਆਂਢੀ ਭਾਸ਼ਾਵਾਂ ਨੇ, ਉਹ ਚਾਹੇ ਗੁਜਰਾਤੀ ਹੋਵੇ, ਚਾਹੇ ਉਹ ਮਰਾਠੀ ਹੋਵੇ, ਚਾਹੇ ਉਹ ਰਾਜਸਥਾਨੀ ਹੋਵੇ, ਚਾਹੇ ਉਹ ਬ੍ਰਜੀ ਹੋਵੇ, ਚਾਹੇ ਉਹ ਪਸ਼ਤੋ ਹੋਵੇ, ਚਾਹੇ ਉਹ ਪਹਾੜੀ ਹੋਵੇ, ਉਹਦਾ ਵੀ ਉਹ 'ਤੇ ਅਸਰ ਹੈ। ਇੱਕ ਸਾਧ ਭਾਸ਼ਾ ਸ਼ਬਦ ਵਰਤਿਆ ਜਾਂਦਾ, ਕਿਉਂਕਿ ਵਾਰ-ਵਾਰ ਸ਼ਬਦ ਇਸ ਕਰਕੇ ਮੈਂ ਇਹਦੀ ਵਿਆਖਿਆ ਕਰਨੀ ਚਾਹੁੰਦਾ ਸਾਧ ਭਾਸ਼ਾ ਦੀ, ਕਿ ਇਹ ਇਸ ਪੱਖੋਂ ਬੜੀ ਮਹੱਤਵਪੂਰਨ ਗੱਲ ਬਣ ਜਾਂਦੀ ਹੈ ਕਿ ਸਾਧ ਭਾਸ਼ਾ ਕੀ ਹੋਈ, ਸਾਧਾਂ ਵੱਲੋਂ ਬੋਲੀ ਜਾਂਦੀ। ਅਸਲ ਵਿੱਚ ਵਿਚਾਰਕ ਤੌਰ 'ਤੇ ਚਾਹੇ ਜੋਗੀ ਹੋਣ, ਨਾਥ ਹੋਣ, ਸਿੱਧ ਹੋਣ, ਜਾਂ ਸੰਤ ਹੋਣ, ਜਾਂ ਗੁਰੂ ਕਵੀ ਹੋਣ, ਜਾਂ ਗੁਰੂ ਕਵੀਆਂ ਤੋਂ ਬਾਹਰ ਜਿਹਨੂੰ ਕਹਿ ਸਕਦੇ ਹਾਂ ਕਿ ਗੁਰਮਤਿ ਦੇ ਕਵੀ ਹੋਣ, ਜਾਂ ਗੁਰਮਤਿ ਦੇ ਲਿਖਾਰੀ ਹੋਣ, ਵਾਰਤਕ ਲਿਖਾਰੀ ਹੋਣ, ਉਹ ਇੱਕ ਅਜਿਹੀ ਭਾਸ਼ਾ ਦਾ ਇਸਤੇਮਾਲ ਕਰਦੇ ਸੀ ਜਿਹੜੇ ਉਸ ਸਮੇਂ ਸਾਰੇ ਉੱਤਰੀ ਭਾਰਤ ਦੇ ਵਿੱਚ ਸਮਝੀ ਜਾਂਦੀ ਸੀਗੀ। ਤਾਂ ਉਸ ਭਾਸ਼ਾ ਨੂੰ ਸਾਧ ਭਾਸ਼ਾ ਦਾ ਨਾਂ ਦਿੱਤਾ ਗਿਆ। ਤਾਂ ਇਹਨਾਂ ਪ੍ਰਸੰਗਾਂ ਨੂੰ, ਭਾਸ਼ਾ ਦੇ ਪ੍ਰਸੰਗ ਨੂੰ, ਲਿਪੀ ਦੇ ਪ੍ਰਸੰਗ ਨੂੰ ਵੀ ਅਸੀਂ ਜਾਣਨਾ ਹੈ। ਅਤੇ ਇੱਕ ਮਹੱਤਵਪੂਰਨ ਪ੍ਰਸੰਗ ਇਹ ਕਿ ਜਦੋਂ ਵੀ ਅਸੀਂ ਕਿਸੇ ਮੱਧਕਾਲੀ ਰਚਨਾ ਨੂੰ ਵਿਚਾਰਨਾ ਹੈ ਤਾਂ ਸਾਨੂੰ ਉਹਦੇ ਲਿਖਣ ਸਮੇਂ ਪੂਰਵ ਪ੍ਰਚਲਿਤ ਜਿਹੜੇ ਧਾਰਮਿਕ ਵਿਚਾਰ ਸੀਗੇ, ਜਿਹੜਾ ਉਸ ਸਮੇਂ ਦਾ ਸਮਕਾਲੀ ਸਮਾਜ ਦਾ, ਉਸ ਸਮੇਂ ਦੇ ਸਮਾਜ ਦਾ ਜਿਹੜਾ ਵਿਚਾਰਧਾਰਕ ਚੌਖਟਾ ਸੀਗਾ, ਜਿਹੜਾ ਉਸ ਸਮੇਂ ਦੇ ਧਾਰਮਿਕ ਵਿਚਾਰ ਸੀਗੇ, ਦਾਰਸ਼ਨਿਕ ਵਿਚਾਰ ਸੀ, ਲੋਕਾਂ ਦਾ ਸਮਾਜਿਕ ਜੀਵਨ ਸੀ, ਉਹ ਵੀ ਸਾਨੂੰ ਧਿਆਨ 'ਚ ਰੱਖਣਾ ਪਵੇਗਾ। ਇਹਦੇ ਨਾਲ ਦੀ ਨਾਲ ਹੀ ਸਾਨੂੰ ਉਸ ਦੇ ਇਤਿਹਾਸਕ ਪ੍ਰਸੰਗਾਂ ਨੂੰ ਵੀ ਧਿਆਨ 'ਚ ਰੱਖਣਾ ਪਵੇਗਾ, ਤਾਂ ਹੀ ਅਸੀਂ ਉਹਨਾਂ ਰਚਨਾਵਾਂ ਨੂੰ ਸਮਝ ਸਕਦੇ ਹਾਂ। ਜਿਵੇਂ ਮੈਂ ਪਿਛਲੇ ਲੈਕਚਰ ਵਿੱਚ ਵੀ ਕਿਹਾ ਸੀ ਕਿ ਇਹ ਜ਼ਰੂਰੀ ਆ, ਇਸ ਕਰਕੇ ਜ਼ਰੂਰੀ ਆ ਕਿ ਜਿਹੜਾ ਵੀ ਬੰਦਾ ਪੰਜਾਬੀ ਪੜ੍ਹਿਆ ਹੋਇਆ, ਉਹ ਪੰਜਾਬੀ ਪੜ੍ਹਿਆ ਹੋਇਆ ਵਿਅਕਤੀ ਅੱਜ ਕੱਲ੍ਹ ਦੀ ਪੰਜਾਬੀ ਤਾਂ ਪੜ੍ਹ ਲਏਗਾ, ਪਰ ਜਿਹੜਾ ਬੰਦਾ MA ਪੰਜਾਬੀ ਆ, ਪੋਸਟ ਗ੍ਰੈਜੂਏਟ ਆ ਪੰਜਾਬੀ ਦਾ, ਉਹਦੇ ਲਈ ਤਾਂ ਇਹ ਬਹੁਤ ਜ਼ਰੂਰੀ ਆ ਕਿ ਉਹ ਜਿਹੜੀਆਂ ਮੱਧਕਾਲੀ ਰਚਨਾਵਾਂ ਹੈ ਉਹਨਾਂ ਨੂੰ ਨਾ ਕੇਵਲ ਪੜ੍ਹ ਹੀ ਸਕਦਾ ਹੋਵੇ, ਸਗੋਂ ਉਹਨਾਂ ਦੇ ਉਹ ਅਰਥ ਵੀ ਕਰ ਸਕਦਾ ਹੋਵੇ। ਅਰਥ ਕਰਨੇ ਉਹਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਉਹ ਤਾਂ ਕਰ ਸਕਦਾ ਹੋਊਗਾ ਜੇ ਉਹ ਖੁਦ ਪੜ੍ਹੇਗਾ, ਜੇ ਉਹ ਖੁਦ ਸਮਝੇਗਾ। ਇਸ ਤੋਂ ਬਗੈਰ ਉਹ ਨਹੀਂ ਸਮਝ ਸਕੂਗਾ।